ਅਜੀਤ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ ਸਿੰਘ ਕਾਠਪਾਲ। ਅਜੀਤ ਬੁਲੇਟਿਨ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਖਾਸ ਖਬਰਾਂ ਤੇ। ਵਿੱਕੀ ਮਿੱਡੂ ਖੇੜਾ ਦੇ ਕਾਤਲਾਂ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਦਿੱਤੀ ਧਮਕੀ। ਕਿਹਾ ਜਿਸ ਨੇ ਵੀ ਵਿੱਕੀ ਦਾ ਕਤਲ ਕੀਤਾ ਹੈ ਅੰਜਾਮ ਲਈ ਉਹ ਤਿਆਰ ਰਹੇ। ਜਲੰਧਰ 'ਚ ਦਿਨ ਦਿਹਾੜੇ ਪਤੀ ਪਤਨੀ ਤੋਂ ਚੈਨ ਖੋ ਕੇ ਫਰਾਰ ਹੋਏ ਲੁਟੇਰੇ। ਪਿੱਛਾ ਕਰਨ ਤੇ ਲੁਟੇਰਿਆਂ ਨੇ ਚਲਾਈ ਗੋਲੀ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਜੰਡਾਲੀ 'ਚ ਸਿਆਸੀ ਲੀਡਰਾਂ ਨੂੰ ਪਿੰਡ ਵਾਸੀਆਂ ਨੇ ਦਿੱਤੀ ਚੇਤਾਵਨੀ। ਕਿਹਾ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ ਕਿਸੇ ਵੀ ਲੀਡਰ ਨੂੰ ਪਿੰਡ ਨਹੀਂ ਆਉਣ ਦੇਵਾਂਗੇ। ਲੁਧਿਆਣਾ ਦੇ ਭਾਮੀਆਂ ਰੋਡ ਤੇ ਚਲਦੀ ਕਾਰ ਨੂੰ ਅਚਾਨਕ ਲੱਗੀ ਅੱਗ, ਕਾਰ ਸੜ ਕੇ ਹੋਈ ਸਵਾਹ। ਮਸੀਹ ਭਾਈਚਾਰੇ ਨੇ ਫੂਕਿਆ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਵੱਡੀ ਖਬਰ ਦੇ ਨਾਲ। ਖਬਰ ਲਾਰੈਂਸ ਬਿਸ਼ਨੋਈ ਦੇ ਨਾਲ ਜੁੜੀ ਹੋਈ ਹੈ। ਖਬਰ ਵਿੱਕੀ ਮਿੱਡੂ ਖੇੜਾ ਦੇ ਨਾਲ ਜੁੜੀ ਹੋਈ ਹੈ। ਵਿੱਕੀ ਮਿੱਡੂ ਖੇੜਾ ਦੇ ਕਾਤਿਲਾਂ ਨੂੰ ਹੁਣ ਲਾਰੈਂਸ ਬਿਸ਼ਨੋਈ ਨੇ ਧਮਕੀ ਦਿੱਤੀ ਹੈ। ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲਾਰੈਂਸ ਬਿਸ਼ਨੋਈ ਨੇ ਲਿਖਿਆ ਜਿਸ ਕਿਸੇ ਨੇ ਵੀ ਵਿੱਕੀ ਦਾ ਕਤਲ ਕੀਤਾ ਉਹ ਅੰਜਾਮ ਦੇ ਲਈ ਤਿਆਰ ਰਹੇ। ਲਾਰੈਂਸ ਨੇ ਲਿਖਿਆ ਸਾਡੇ ਅਪਰਾਧਾਂ ਦੇ ਨਾਲ ਵਿੱਕੀ ਮਿੱਡੂ ਖੇੜਾ ਦਾ ਕੋਈ ਲੈਣਾ ਦੇਣਾ ਨਹੀਂ ਹੈ। ਤਾਂ ਪੂਰੀ ਗੱਲ ਦੱਸਦੇ ਆ ਤੁਹਾਨੂੰ ਕਿ ਕੀ ਲਾਰੈਂਸ ਬਿਸ਼ਨੋਈ ਨੇ ਲਿਖਿਆ। ਉਹਨਾਂ ਨੇ ਲਿਖਿਆ ਆਪਣਾ ਵੀਰ ਵਿੱਕੀ ਮਿੱਡੂ ਖੇੜਾ ਸਾਨੂੰ ਛੱਡ ਕੇ ਚਲਾ ਗਿਆ ਹੈ ਜਿਸ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ। ਇਸ ਭਰਾ ਦਾ ਸਾਡੇ ਅਪਰਾਧਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਜਿਸ ਨੇ ਵੀ ਵਿੱਕੀ ਬਾਰੇ ਜੋ ਵੀ ਸੁਣਿਆ ਚੰਗਾ ਹੀ ਸੁਣਿਆ ਹੋਵੇਗਾ। ਹੁਣ ਜ਼ਿਆਦਾ ਕੁਝ ਨਹੀਂ ਬੋਲਾਂਗੇ, ਕਰਕੇ ਦਿਖਾਵਾਂਗੇ। ਰਹੀ ਬਾਕੀ ਗੱਲ ਤਾਂ ਜੋ ਵੀ ਇਸ ਦੀ ਮੌਤ ਦੇ ਲਈ ਜ਼ਿੰਮੇਵਾਰ ਹੈ ਉਹ ਆਪਣੀ ਮੌਤ ਦੇ ਲਈ ਤਿਆਰ ਰਹੇ। ਇਸ ਦਾ ਨਤੀਜਾ ਥੋੜੇ ਦਿਨਾਂ ਦੇ ਅੰਦਰ ਹੀ ਦੇਖਣ ਨੂੰ ਮਿਲੇਗਾ। ਦੱਸ ਦਈਏ ਕਿ ਵਿੱਕੀ ਮਿੱਡੂ ਖੇੜਾ ਦੀ ਮੋਹਾਲੀ ਵਿਖੇ ਦਿਨ ਦਿਹਾੜੇ ਸ਼ਰੇਆਮ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਲਈ ਸੀ। ਅਗਲੀ ਖਬਰ ਜਲੰਧਰ ਤੋਂ ਹੈ ਜਿੱਥੇ ਦਿਨ ਦਿਹਾੜੇ ਐਕਟਿਵਾ ਤੇ ਸਵਾਰ ਪਤੀ ਪਤਨੀ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾ ਕੇ ਲੁਟੇਰੇ ਮਹਿਲਾ ਤੋਂ ਗਲੇ ਦੀ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ ਤੇ ਜਦੋਂ ਪਤੀ ਪਤਨੀ ਵੱਲੋਂ ਉਹਨਾਂ ਦਾ ਪਿੱਛਾ ਕੀਤਾ ਜਾਂਦਾ ਹੈ ਤਾਂ ਉਹ ਲੁਟੇਰੇ ਗੋਲੀ ਚਲਾ ਦਿੰਦੇ ਨੇ ਤੇ ਫਰਾਰ ਹੋ ਜਾਂਦੇ ਨੇ। ਆਜ਼ਾਦੀ ਦਿਹਾੜੇ ਨੂੰ ਲੈ ਕੇ ਜਲੰਧਰ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਨੇ। ਥਾਂ ਥਾਂ ਤੇ ਪੁਲਿਸ ਵੱਲੋਂ ਨਾਕੇ ਲਗਾਏ ਗਏ ਨੇ ਪਰ ਉਹਨਾਂ ਦੇ ਦਾਅਵੇ ਉਦੋਂ ਫਿੱਕੇ ਪੈਂਦੇ ਹੋਏ ਨਜ਼ਰ ਆਏ ਜਦੋਂ ਇਹ ਲੁਟੇਰੇ ਦਿਨ ਦਿਹਾੜੇ ਪਤੀ ਪਤਨੀ ਤੋਂ ਚੈਨ ਖੋ ਕੇ ਫਰਾਰ ਹੋ ਜਾਂਦੇ ਨੇ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਅੰਜੂ ਕੋਹਲੀ ਪਤਨੀ ਯੋਗੇਸ਼ ਕੋਹਲੀ ਨੇ ਦੱਸਿਆ ਕਿ ਉਹ ਆਪਣੇ ਪਤੀ ਯੋਗੇਸ਼ ਕੋਹਲੀ ਨਾਲ ਐਕਟਿਵਾ ਤੇ ਸਵਾਰ ਹੋ ਕੇ ਪ੍ਰਤਾਪ ਬਾਗ ਤੋਂ ਮਾਡਲ ਹਾਊਸ ਵੱਲ ਜਾ ਰਹੇ ਸਨ। ਜਿਵੇਂ ਹੀ ਉਹ ਲਾਲ ਰਤਨ ਸਿਨੇਮਾ ਦੇ ਕੋਲ ਪਹੁੰਚੇ ਤਾਂ ਬਾਈਕ ਤੇ ਆਏ ਦੋ ਲੁਟੇਰਿਆਂ ਨੇ ਉਹਨਾਂ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਦਿੱਤੀਆਂ ਤੇ ਸੋਨੇ ਦੀ ਚੈਨ ਖੋ ਕੇ ਫਰਾਰ ਹੋ ਗਏ। ਜਦੋਂ ਉਹਨਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੇ ਗੋਲੀ ਚਲਾ ਦਿੱਤੀ ਜਿਸ ਤੋਂ ਪਤੀ ਪਤਨੀ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੇਰਾ ਨਾਮ ਅੰਜੂ ਹੈ। ਅਸੀਂ ਐਕਟਿਵਾ ਤੋਂ ਜਾ ਰਹੇ ਸੀਗੇ, ਪਿੱਛੋਂ ਕਿਸੇ ਨੇ ਚੈਨੀ ਖਿੱਚੀ ਤੇ ਅੱਖਾਂ ਵਿੱਚ ਮਿਰਚਾਂ ਪਾਈਆਂ और मिर्चा पड़ना मैं नीचे गिर गई है। इसमें हाथ खब्बे हाथ में मतलब खब्बे हाथ में डिग पई है। आने वाले इकट्ठे हुए सारे ने उन्होंने चक के मेरी अखा उखा धोई मूँह धोया उन्होंने उठाया। मेरे हसबैंड उदे ही एक्टिवा लैके पिछे चले गए। उन्होंने दुआबा तिकर पिछे गए ने उतो फिर पता ही नहीं चलिया वापस आ गए। आंटी लैके की गई है? चैनी मेरी लैके। चैनी की गल कर किन्ने क तोले दी है? तकरीबन 1.5 तोले की हैगी सी। काफ़ी देर तो मैं पाई हुई है, हमेशा पाई रखी हुई है। ते मिर्चा तुहाडे कित्थे क पईयां? मेरी अखा खुलदियां नहीं सी। अखा में बस ही 4-5 मग उन्होंने पानी दिते फिर मैं धोता है माड़ी माड़ी खुलनी शुरू हुई है। ते तुहाडे हसबैंड दे पईयां? हाँ उन्होंने पईयां। उन्होंने अखा में घट पईयां। उन्होंने फेस इधर सारे मतलब पई है उन्होंने भी ਤੇ ਮੇਰੀ ਅੱਖਾਂ ਵਿੱਚ ਸਿੱਧੀ ਬੁੱਕ ਪਈ ਹੈ। ਫਿਰ ਉਹ ਦੂਜੀ ਬੁੱਕ ਉਹਨਾਂ ਨੇ ਚੱਕੀ ਉੱਧਰ ਪਾਈ ਹੈਗੀ। 2 ਬੁੱਕਾਂ ਪਾਈਆਂ ਉਹਨਾਂ ਨੇ। ਤੁਹਾਡੇ ਹਸਬੰਡ ਵੱਲੋਂ ਉਹਨਾਂ ਦਾ ਪਿੱਛਾ ਵੀ ਕੀਤਾ ਗਿਆ? ਹਾਂਜੀ ਗਏ ਨੇ ਪਿੱਛੇ ਆਏ ਉਹਨਾਂ ਦਾ ਵੀ ਮੂੰਹ ਸੁੱਜਾ ਪਿਆ ਸੀ। ਅੱਛਾ ਜੀ ਓਕੇ। ਇਹ ਮਾਮਲਾ ਅੱਖਾਂ 'ਚ ਮਿਰਚਾਂ ਪਾ ਕੇ ਖੋਹ ਦਾ ਮਾਮਲਾ ਸਾਹਮਣੇ ਆਇਆ। ਬਾਕੀ ਜਾ ਰਹੇ ਆ ਦੇਖਦੇ ਤਫਤੀਸ਼ ਕਰਕੇ ਕੈਮਰਾ ਵਗੈਰਾ ਉਹ ਦੇਖਦੇ ਸਾਰਾ ਕੁਝ ਦੇਖਦੇ CCTV ਕੈਮਰਾ ਫੁਟੇਜ ਦੇਖ ਕੇ ਦੇਖਦੇ ਆ। ਹੋਇਆ ਕਿ ਮੈਟਰ ਤੁਹਾਨੂੰ ਕੰਪਲੀਟ ਦਿੱਤੀ ਹੋਣੀ ਉਹਨੇ ਖੋਹ ਦੀ ਵਾਰਦਾਤ ਹੋਈ ਚੈਨੀ ਖੋਹ ਦੀ। ਹਾਂਜੀ ਚੈਨੀ ਖੋਹ ਦੀ ਵਾਰਦਾਤ ਹੋਈ ਆ। ਚੈਨੀ ਕੋਲ ਪਰ ਦੇਖੇ ਜਾਂਦਾ 15 ਅਗਸਤ ਦੇ ਕਾਫੀ ਨਾਕੇ ਲੱਗੇ ਨੇ, ਸਖਤ ਡਿਊਟੀ ਲੱਗੀ ਹੋਈ ਹੈ ਪੁਲਿਸ ਵਾਲਿਆਂ ਦੀ। ਉਹਦੀ ਨਾਕਾ ਲੱਗਦਾ ਨਾਕੇ ਦੀ ਕੁਝ ਦੂਰੀ ਤੇ ਸਨੈਚਿੰਗ ਹੋਈ, ਗੋਲੀ ਚੱਲਦੀ ਵਾਰਦਾਤ। ਨਾਕਾ ਇਸ ਵੇਲੇ ਖਤਮ ਸੀ। ਬਾਕੀ ਉਸ ਤੋਂ ਬਾਅਦ ਫਿਰ ਰੋਟੀ ਰਾਟੀ ਖਾਣ ਗਏ ਮੁਲਾਜ਼ਮ ਸਾਹਿਬ ਵੱਲੋਂ ਹੁਕਮ ਦਿੱਤੇ ਕਿ ਨਾਕਾ ਨਹੀਂ ਹੈ 24 ਘੰਟੇ ਡਿਊਟੀ ਲੱਗੀ ਹੋਈ ਪੁਲਿਸ ਦੀ। ਹਾਂ 24 ਘੰਟੇ ਹੈਗੀ ਹੈ ਮੁਲਾਜ਼ਮਾਂ ਦੀ, ਰੋਟੀ ਖਾਣ ਗਏ ਹੋਣੇ ਆ।
ਇਹ ਦੇਖਿਆ ਨਹੀਂ ਜਾ ਰਹੇ ਆ ਤੁਸੀਂ ਸਾਨੂੰ ਜਾਣ ਦਿਓਗੇ ਤਾਂ ਹੀ ਆ ਜਿੱਥੇ ਮੌਕੇ ਤੇ ਜਾਣਦੇ ਉੱਥੇ ਉਹ ਦੱਸ ਰਹੇ ਕੁਝ ਨਹੀਂ ਕੀਤਾ ਜਾ ਰਿਹਾ ਉੱਥੇ ਜਾ ਰਹੇ ਸੀਸੀਟੀਵੀ ਫੁਟੇਜ ਜਿੱਥੇ ਜਿੱਥੇ ਕਹਿ ਰਹੇ ਆ ਵੀ ਇੱਥੇ ਫਾਇਰ ਹੋਇਆ ਉੱਥੇ ਦੇਖ ਰਹੇ ਆ ਪੁਲਿਸ ਕਾਫੀ ਲੇਟ ਆਈ ਹੈ ਸਾਨੂੰ ਜਦੋਂ ਇਨਫੋਰਮੇਸ਼ਨ ਮਿਲੀ ਮੌਕੇ ਤੇ ਪਹੁੰਚ ਗਏ ਆ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਆ ਕੇ ਕਿਹਾ ਗਿਆ ਸਾਡੀ ਡਿਊਟੀ ਨਹੀਂ ਹੈ ਕੌਣ ਕਹਿ ਰਹੇ ਅਸੀਂ ਬਿਜ਼ੀ ਸੀਗੇ ਪਾਰਟੀ ਵੱਲੋਂ ਕਿਹਾ ਜਾ ਰਿਹਾ ਨਹੀਂ ਕਿਹੜੇ ਮੁਲਾਜ਼ਮ ਸੀ ਸਾਡੇ ਕੋਈ ਮੁਲਾਜ਼ਮ ਨਹੀਂ ਸਾਨੂੰ ਪਤਾ ਲੱਗਾ ਸੀ ਉਸੇ ਵੇਲੇ ਆ ਗਏ ਆ ਅਗਲੀ ਖਬਰ ਲੁਧਿਆਣਾ ਤੋਂ ਹੈ, ਜਿੱਥੇ ਲੁਧਿਆਣਾ ਦੇ ਭਾਮੀਆਂ ਰੋਡ ਤੇ ਬੀਤੀ ਦੇਰ ਰਾਤ ਇੱਕ ਚਲਦੀ ਨੈਨੋ ਕਾਰ ਨੂੰ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਕਾਰ ਨੂੰ ਪੂਰੀ ਤਰ੍ਹਾਂ ਅੱਗ ਨੇ ਆਪਣੀ ਲਪੇਟ ਵਿੱਚ ਲੈ ਲਿਆ। ਕਾਰ ਨੂੰ ਅੱਗ ਲੱਗਣ ਸਮੇਂ ਕਾਰ ਵਿੱਚ 2 ਵਿਅਕਤੀ ਸਵਾਰ ਸਨ, ਜਿਨ੍ਹਾਂ ਨੂੰ ਸਮਾਂ ਰਹਿੰਦਿਆਂ ਆਸ-ਪਾਸ ਦੇ ਲੋਕਾਂ ਤੇ ਰਾਹਗੀਰਾਂ ਨੇ ਬਾਹਰ ਕੱਢ ਲਿਆ ਤੇ ਵੱਡਾ ਜਾਨੀ ਨੁਕਸਾਨ ਹੋਣੋਂ ਟਲ ਗਿਆ। ਅੱਗ ਲੱਗਣ ਦੀ ਸੂਚਨਾ ਅੱਗ ਬੁਝਾਊ ਦਸਤੇ ਨੂੰ ਦਿੱਤੀ ਗਈ, ਪਰ ਜਦੋਂ ਤੱਕ ਅੱਗ ਬੁਝਾਊ ਦਸਤੇ ਦੀਆਂ ਗੱਡੀਆਂ ਪਹੁੰਚੀਆਂ ਤਾਂ ਕਾਰ ਸੜ ਕੇ ਸਵਾਹ ਹੋ ਚੁੱਕੀ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਚੱਲਿਆ, ਪਰ ਕਿਆਸ ਲਾਏ ਜਾ ਰਹੇ ਨੇ ਕਿ ਸ਼ਾਰਟ ਸਰਕਟ ਦੇ ਕਾਰਨ ਹੀ ਅੱਗ ਲੱਗੀ ਹੋਵੇਗੀ। ਕਾਦੀਆਂ ਹਲਕੇ ਦੇ ਫੁੱਲੜਾ ਪਿੰਡ ਦੇ ਕਾਂਗਰਸੀ ਸਰਪੰਚ ਲਵਲੀ ਦੇਵੀ ਦੇ ਪਤੀ ਸੁਖਰਾਜ ਸਿੰਘ ਤੇ ਦਿਨ ਦਿਹਾੜੇ 2 ਨੌਜਵਾਨਾਂ ਨੇ ਗੋਲੀਆਂ ਚਲਾ ਦਿੱਤੀਆਂ ਨੇ। ਪ੍ਰਾਪਤ ਜਾਣਕਾਰੀ ਅਨੁਸਾਰ ਸੁਖਰਾਜ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਵਿੱਚ ਇੱਕ ਨਾਈ ਦੀ ਦੁਕਾਨ ਤੇ ਕਟਿੰਗ ਕਰਵਾਉਣ ਦੇ ਲਈ ਗਿਆ ਹੋਇਆ ਸੀ। ਜਦੋਂ ਕਟਿੰਗ ਕਰਵਾ ਕੇ ਵਾਪਸ ਆ ਰਿਹਾ ਸੀ ਤਾਂ ਮੋਟਰਸਾਈਕਲ ਤੇ ਘਰ ਵਾਪਸ ਆ ਰਿਹਾ ਸੀ। ਰਸਤੇ ਵਿੱਚ ਪਿੱਛੋਂ ਸਪਲੈਂਡਰ ਮੋਟਰਸਾਈਕਲ ਤੇ ਆ ਰਹੇ 2 ਨੌਜਵਾਨਾਂ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾਣੀਆਂ ਸ਼ੁਰੂ ਕਰ ਦਿੱਤੀਆਂ ਤੇ ਨਿਸ਼ਾਨਾ ਨਾ ਲੱਗਣ ਕਾਰਨ ਸਰਪੰਚ ਦੇ ਪਤੀ ਸੁਖਰਾਜ ਸਿੰਘ ਦਾ ਬਚਾਅ ਹੋ ਗਿਆ ਤੇ ਪੁਲਿਸ ਪਾਰਟੀ ਵੱਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ। ਅੱਜ ਸੁਖਰਾਜ ਸਿੰਘ ਹੈ ਪਿੰਡ ਫੁੱਲੜਾ, ਜਿਹਦੀ ਵਾਈਫ ਇਸ ਵੇਲੇ ਬਤੌਰ ਮੌਜੂਦਾ ਸਰਪੰਚ ਆ। ਇਹਨਾਂ ਨੇ ਸਾਨੂੰ ਮੋਬਾਈਲ ਫੋਨ ਤੇ ਦੱਸਿਆ ਸੀ ਕਿ ਜਦੋਂ ਮੈਂ ਸਵੇਰੇ ਇੱਥੋਂ ਦਾੜੀ ਕਟਿੰਗ ਕਰਾ ਕੇ ਜਾ ਰਿਹਾ ਸੀ ਤੇ ਮੇਰੇ ਮਗਰ 2 ਵਿਅਕਤੀ ਸੀਗੇ ਮੋਟਰਸਾਈਕਲ ਤੇ। ਉਹਨਾਂ ਨੇ ਜਿਹੜੇ ਆ ਮੇਰੇ ਮਗਰ ਫਾਇਰ ਕੀਤੇ ਨੇ। ਉਹਨਾਂ ਵਿੱਚ ਇੱਕ ਮੇਹਰ ਸਿੰਘ ਦਾ ਨਾਮ ਲੈ ਰਿਹਾ ਤੇ ਇੱਕ ਉਹਨਾਂ ਦਾ ਨੌਕਰ ਨਾਮ ਲੈ ਰਿਹਾ ਜੀ। ਫਿਲਹਾਲ ਅਸੀਂ ਮੌਕੇ ਤੇ ਪਹੁੰਚ ਗਏ। ਸਾਨੂੰ ਇਸ ਵੇਲੇ ਫਿਲਹਾਲ ਕੋਈ ਖੋਲ ਕਾਰਤੂਸ ਅਜੇ ਤੇ ਨਹੀਂ ਮਿਲਿਆ। ਇਨਵੈਸਟੀਗੇਸ਼ਨ ਚੱਲ ਰਹੀ ਹੈ। ਇਹਦੇ ਬਿਆਨ ਤੇ ਜੋ ਮੁਕੱਦਮਾ ਦਰਜ ਕੀਤਾ ਕਰਕੇ ਤਫਤੀਸ਼ ਕਰਕੇ ਦੋਸ਼ੀਆਂ ਨੂੰ ਅਰੈਸਟ ਕਿੰਨੇ ਫਾਇਰ ਹੋਏ ਜੀ? ਮਦਈ ਦੇ ਦੱਸਣ ਮੁਤਾਬਕ 2 ਫਾਇਰ ਹੋਏ ਤੇ ਬਟ ਕੋਈ ਜ਼ਖਮੀ ਨਹੀਂ ਹੋਇਆ। ਕੋਈ ਪਤਾ ਲੱਗਾ ਕਿਸੇ ਦੀ ਸ਼ਿਕਾਇਤ ਹੋਇਆ ਜਾਂ ਕੁਝ ਹੋਇਆ? ਅਜੇ ਫਿਲਹਾਲ ਇਹਦੀ ਸਟੇਟਮੈਂਟ ਲਿਖਣੀ ਬਾਕੀ ਹੈ। ਜੋ ਸਟੇਟਮੈਂਟ ਤੋਂ ਬਾਅਦ ਜੋ ਕਾਰਵਾਈ ਆਏਗੀ ਅਗਲੇ ਤਫਤੀਸ਼ ਦੇ ਦੌਰਾਨ ਕਾਰਵਾਈ ਕੀਤੀ ਜਾਵੇਗੀ। ਹਲਕਾ ਸੁਲਤਾਨਪੁਰ ਲੋਧੀ ਦਾ ਪਿੰਡ ਖਿਜਰਪੁਰ ਚ ਕਾਂਗਰਸੀ ਐਮਐਲਏ ਨਵਤੇਜ ਚੀਮਾ ਦਾ ਕਾਲੀਆਂ ਝੰਡੀਆਂ ਦਿਖਾ ਕੇ ਕਿਸਾਨਾਂ ਨੇ ਵਿਰੋਧ ਕੀਤਾ ਹੈ। ਦੱਸ ਦਈਏ ਕਿ ਕਾਂਗਰਸੀ ਐਮਐਲਏ ਕਿਸੇ ਪ੍ਰੋਗਰਾਮ ਦੇ ਸਬੰਧ ਵਿੱਚ ਪਿੰਡ ਗਿਆ ਸੀ, ਜਿੱਥੇ ਕਿਸਾਨਾਂ ਨੇ ਪਿੰਡ ਵਿੱਚ ਵੜਨ ਤੋਂ ਰੋਕ ਦਿੱਤਾ, ਪਰ ਉਕਤ ਐਮਐਲਏ ਦੂਜੇ ਰਸਤੇ ਦੇ ਰਾਹੀਂ ਪਿੰਡ ਵਿੱਚ ਦਾਖਲ ਹੋ ਗਿਆ, ਜਿਸ ਤੋਂ ਬਾਅਦ ਕਿਸਾਨਾਂ ਨੇ ਮੇਨ ਰਸਤੇ ਤੇ ਖੜੇ ਹੋ ਕੇ ਕਾਂਗਰਸੀ ਐਮਐਲਏ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਤੇ ਐਮਐਲਏ ਨੂੰ ਵਾਪਸ ਆਉਂਦਿਆਂ ਦੇਖ ਕੇ ਕਾਲੀਆਂ ਝੰਡੀਆਂ ਦਿਖਾ ਕੇ ਵਿਰੋਧ ਕੀਤਾ। ਕਿਸਾਨਾਂ ਨੇ ਕਿਹਾ ਕਿ ਤੁਸੀਂ ਝੂਠ ਬੋਲ ਕੇ ਸਰਕਾਰ ਬਣਾਈ ਹੈ, ਨਾ ਤਾਂ ਪੰਜਾਬ 'ਚੋਂ ਨਸ਼ਾ ਖਤਮ ਹੋਇਆ, ਨਾ ਹੀ ਕਿਸਾਨਾਂ ਦੇ ਕਰਜ਼ੇ ਮਾਫ ਹੋਏ ਹੈ ਤੇ ਨਾ ਹੀ ਘਰ ਘਰ ਨੌਕਰੀ ਮਿਲੀ ਹੈ। ਤੇ ਇਹ ਵੀ ਕਿਹਾ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਰਾਜਨੀਤਿਕ ਪਾਰਟੀਆਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਵਾਂਗੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਸੁਲਤਾਨਪੁਰ ਲੋਧੀ ਤੋਂ ਸੀਨੀਅਰ ਮੀਤ ਪ੍ਰਧਾਨ ਸ਼ੇਰ ਸਿੰਘ ਮਹੀਵਾਲ ਬੋਲ ਰਿਹਾ ਜੀ। ਜਿੱਦਾਂ ਅਸੀਂ ਪਹਿਲਾਂ ਲੰਬੇ ਸਮੇਂ ਤੋਂ ਆਪਾਂ ਦਿੱਲੀ ਸੰਘਰਸ਼ ਲੜ ਰਹੇ ਹਾਂ ਕਿਸਾਨੀ ਦੇ ਉੱਤੇ, 3 ਕਾਲੇ ਕਾਨੂੰਨ, 4ਥਾ ਸੋਧ ਬਿੱਲ, ਬਿਜਲੀ, 5ਵਾਂ ਪ੍ਰਦੂਸ਼ਣ ਦਾ ਐਕਟ, ਲੰਬੇ ਸਮੇਂ ਤੋਂ ਆਪਾਂ ਨੂੰ 8 ਮਹੀਨੇ ਹੋ ਗਏ ਦਿੱਲੀ ਦੇ ਵਿੱਚ ਸੰਘਰਸ਼ ਕਰ ਰਹੇ ਹਾਂ। ਉਹਦੇ ਸੰਬੰਧ ਵਿੱਚ ਪਿੰਡਾਂ ਦੇ ਵਿੱਚ ਆਪਾਂ ਮਤੇ ਪਾਏ ਸੀਗੇ ਵੀ ਭਾਈ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਅਸੀਂ ਕਿਸੇ ਵੀ ਸਿਆਸੀ ਧਿਰ ਨੂੰ ਜੇ ਪਿੰਡਾਂ 'ਚ ਆਉਂਦੀ ਤਾਂ ਅਸੀਂ ਸਵਾਲ ਕਰਾਂਗੇ। ਔਰ ਇਸੇ ਤਰ੍ਹਾਂ ਹੀ ਅੱਜ ਜਿੱਦਾਂ ਪਿੰਡ ਦੇ ਵਿੱਚ ਐਮਐਲਏ ਆਏ ਆ, ਉਹਨਾਂ ਦੇ ਵਾਸਤੇ ਸਵਾਲ ਪੁੱਛਣ ਦਾ ਕਰਕੇ ਜਿਹੜੇ ਲੋਕ ਸੀ ਉਹ ਜਾਗ ਚੁੱਕੇ ਆ। ਉਹਨਾਂ ਨੇ ਸਵਾਲ ਪੁੱਛਣੇ ਚਾਹੇ ਵੀ ਜਿਹੜੇ ਤੁਸੀਂ ਨਵੇਂ ਵਾਅਦੇ ਕਰ ਰਹੇ ਹੋ ਵੀ ਅਸੀਂ ਤੁਹਾਨੂੰ ਆਹ ਦਿਆਂਗੇ, ਆਹ ਕਰਾਂਗੇ, ਪਰ ਜਿਹੜੇ ਪਹਿਲਾਂ ਵਾਅਦੇ ਕੀਤੇ ਸੀ ਕੀ ਤੁਸੀਂ ਉਹ ਪੂਰੇ ਕਰ ਚੁੱਕੇ ਹੋ? ਘਰ ਘਰ ਨੌਕਰੀ, ਬੇਰੁਜ਼ਗਾਰੀ ਭੱਤਾ, ਜਿਹੜਾ ਬਿਜਲੀ ਦਾ ਬਣਾਇਆ ਸੀ ਐਕਟ, ਉਹਨੂੰ ਰੱਦ ਕਰ ਚੁੱਕੇ ਹੋ। ਜਿਹੜੇ ਤੁਸੀਂ ਕਿਹਾ ਸੀ ਵੀ ਕਰਜ਼ੇ ਮਾਫ ਕਰਾਂਗੇ, ਸਮੁੱਚਾ ਕਰਜ਼ਾ ਕੀ ਉਹ ਮਾਫ ਕਰ ਚੁੱਕੇ ਹੋ? ਸਾਡੇ ਇਹ ਸਵਾਲ ਸੀਗੇ। ਜੇ ਕੋਈ ਹੋਰ ਧਿਰ ਆਉਂਦੀ ਆ, ਅਕਾਲੀ ਆਉਂਦੇ ਆ, ਕਾਂਗਰਸੀ ਆਉਂਦੇ ਆ, ਕੋਈ ਝਾੜੂ ਵਾਲੇ ਆਉਂਦੇ ਆ, ਤੇ ਲੋਕਤੰਤਰ ਦੇ ਵਿੱਚ ਲੋਕ ਵੱਡੇ ਹੁੰਦੇ ਆ, ਉਹਨਾਂ ਦਾ ਸਵਾਲ ਬਣਦਾ ਵਾ ਵੀ ਭਾਈ ਤੁਸੀਂ ਜਿਹੜੇ ਪਹਿਲਾਂ ਵਾਅਦੇ ਕੀਤੇ ਉਹਦੇ ਪੂਰੇ ਨਹੀਂ ਕੀਤੇ, ਤੇ ਜਿਹੜੇ ਨਵੇਂ ਹੁਣ ਕਰੀ ਜਾਂਦੇ ਉਹ ਕਿੱਦਾਂ ਪੂਰੇ ਕਰ ਲਓਗੇ? ਪਰ ਅਸੀਂ ਬੇਨਤੀ ਕਰਦੇ ਹਾਂ ਭਾਈ, ਜਿੰਨਾ ਚਿਰ ਇਹ ਦਿੱਲੀ ਸੰਘਰਸ਼ ਚੱਲਦਾ ਵਾ, ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਉਹਨਾਂ ਚਿਰ ਸਾਡਾ ਤੁਹਾਡੇ ਨਾਲ ਆਉਣਾ ਬਣਦਾ ਹੀ ਨਹੀਂ। ਜੇ ਤੁਸੀਂ ਕੁਝ ਕਰਨਾ ਵਾ ਕਿਸਾਨਾਂ ਮਜ਼ਦੂਰਾਂ ਵਾਸਤੇ ਤੇ ਭਾਈ ਲੋਕਾਂ ਨੂੰ ਅਪੀਲ ਕਰੋ ਵੀ ਤਗੜੇ ਹੋ ਕੇ ਦਿੱਲੀ ਜਾਓ, ਉੱਥੇ ਸੰਘਰਸ਼ ਚੱਲਦਾ ਵਾ, ਤੇ ਤੁਸੀਂ ਭੱਜ ਕੇ ਪਿੰਡਾਂ ਦੇ ਵਿੱਚ ਆਉਂਦੇ ਹੋ ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਵੀ ਤੁਹਾਨੂੰ ਆਹ ਸਕੀਮ ਦੇਵਾਂਗੇ, ਆਹ ਸਕੀਮ ਦੇਵਾਂਗੇ।
ਤੁਸੀਂ ਲੋਲੀਪੌਪ ਦੇ ਦੇ ਕੇ ਲੋਕਾਂ ਨੂੰ ਦੂਜੇ ਪਾਸੇ ਖੜ ਰਹੇ ਹੋ। ਤੇ ਜਿਹੜੇ ਲੋਕ ਇਹਨਾਂ ਨੂੰ ਸੱਦਦੇ ਵੀ ਆ, ਅਸੀਂ ਕਵਾਂਗੇ ਵੀ ਅਸਲੀ ਕੌਮ ਦੇ ਗਦਾਰ, ਦੇਸ਼ ਦੇ ਗਦਾਰ, ਖੇਤੀ ਦੇ ਗਦਾਰ ਤੁਸੀਂ ਹੋਵੋਗੇ ਜੇ ਕੱਲ੍ਹ ਨੂੰ ਸੰਘਰਸ਼ ਹਟ ਜਾਂਦਾ ਤੇ। ਪਰ ਅਸੀਂ ਬੜੀ ਦ੍ਰਿੜਤਾ ਨਾਲ ਕਹਿੰਦੇ ਆ, ਇਸ ਕਰਕੇ ਅਸੀਂ ਇਹਨਾਂ ਦਾ ਪਿੰਡਾਂ ਦੇ ਵਿੱਚ ਆਉਣ ਤੇ ਇਹਨਾਂ ਦਾ ਘਰੋਹ ਕਰਦੇ ਆ ਵੀ ਭਾਈ ਅਸੀਂ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਤਾਂ ਦਿਓ ਨਾ, ਵੀ 73 ਸਾਲਾਂ 'ਚ ਤੁਸੀਂ ਕੀ ਕੀਤਾ ਤੇ ਗਾਂਹ ਤੁਸੀਂ ਕੀ ਕਰੋਗੇ। ਇਸ ਸਬੰਧ ਦੇ ਵਿੱਚ ਅਸੀਂ ਇਹਨਾਂ ਨੂੰ ਇੱਥੇ ਪਿੰਡ ਦੇ ਵਿੱਚ ਆਉਣ ਤੇ MLA ਦਾ ਘਰੋਹ ਕੀਤਾ ਸੀਗਾ। ਜ਼ਿਲ੍ਹਾ ਸੰਗਰੂਰ ਦੇ ਦਿੜਬਾ 'ਚ ਅੱਜ ਆਮ ਆਦਮੀ ਪਾਰਟੀ ਵੱਲੋਂ ਵਿਰੋਧੀ ਦਲ ਦੇ ਨੇਤਾ ਹਰਪਾਲ ਚੀਮਾ ਨੇ ਆਪਣੇ ਹਲਕੇ 'ਚ ਸ਼੍ਰੀ ਅਖੰਡ ਪਾਠ ਸਾਹਿਬ ਦਾ ਭੋਗ ਪਵਾਇਆ ਅਤੇ ਇਸ ਕਿਸਾਨੀ ਸੰਘਰਸ਼ ਦੀ ਸਫਲਤਾ ਦੇ ਲਈ ਅਰਦਾਸ ਵੀ ਕੀਤੀ। ਇਸ ਮੌਕੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਤੇ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਆਪਣੀ ਮਾਤਾ ਹਰਪਾਲ ਕੌਰ ਨਾਲ ਪਹੁੰਚੇ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪਾਰਟੀ ਆਗੂਆਂ ਨੇ ਦੱਸਿਆ ਕਿ ਅੱਜ ਦਾ ਇਹ ਪਾਠ ਕਿਸਾਨੀ ਸੰਘਰਸ਼ ਦੀ ਸਫਲਤਾ ਦੇ ਲਈ ਕਰਵਾਇਆ ਗਿਆ ਹੈ। ਕਿਸਾਨ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ, ਉਹਨਾਂ ਨੂੰ ਮਿੱਠਾ ਫਲ ਜ਼ਰੂਰ ਮਿਲੇਗਾ। ਇਸ ਦੇ ਨਾਲ ਹੀ ਉਹਨਾਂ ਨੇ ਦਾਅਵਾ ਕੀਤਾ ਕਿ 2022 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ, ਕਿਉਂਕਿ ਲੋਕਾਂ ਨੂੰ ਪਤਾ ਲੱਗ ਚੁੱਕਿਆ ਹੈ ਕਿ ਕਾਂਗਰਸ ਤੇ ਅਕਾਲੀ ਦਲ ਨੇ ਪੰਜਾਬ ਦੇ ਲੋਕਾਂ ਦੇ ਲਈ ਕੁਝ ਵੀ ਨਹੀਂ ਕੀਤਾ। ਹਲਕਾ ਦਿੜਬੇ ਦੀ ਸੰਗਤ, ਦੋਸਤ ਮਿੱਤਰ, ਸਾਡੇ ਵਲੰਟੀਅਰ ਸਾਥੀ ਜਿਹੜੇ ਅੱਜ ਆਏ ਨੇਗੇ, ਜਿਨ੍ਹਾਂ ਨੇ ਗੁਰੂ ਦਾ ਓਟ ਆਸਰਾ ਲਿਆਗਾ, ਕਿਸਾਨ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆ, ਹਲਕੇ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਆ, ਉਹਨਾਂ ਸਾਰਿਆਂ ਵਿਅਕਤੀਆਂ ਦਾ ਬਹੁਤ ਬਹੁਤ ਧੰਨਵਾਦ। ਸਮੁੱਚੀ ਲੀਡਰਸ਼ਿਪ ਆਈ ਸੀ, ਸਭ ਦਾ ਬਹੁਤ ਬਹੁਤ ਧੰਨਵਾਦ। ਸਭ ਨੇ ਓਟ ਆਸਰਾ ਲਿਆਗਾ ਕਿ ਜਿਹੜਾ ਸਾਡਾ ਕਿਸਾਨੀ ਸੰਘਰਸ਼ ਲੰਬੇ ਅਰਸੇ ਤੋਂ ਚੱਲ ਰਿਹਾ ਗਾ, ਉਹਨੂੰ ਹੋਰ ਬਲ ਮਿਲੇ ਔਰ ਜਿੱਤ ਪ੍ਰਾਪਤ ਕਰਕੇ ਸਾਡੇ ਕਿਸਾਨ ਜਿਹੜੇ ਹੈਗੇ ਨੇ ਆਪਣੇ ਘਰਾਂ ਨੂੰ ਪਰਤਣ ਔਰ ਕਾਲੇ ਕਾਨੂੰਨ ਵਾਪਸ ਹੋਣ, ਇਸ ਗੱਲ ਦੀ ਵੀ ਅਰਦਾਸ ਹੋਈ ਆ ਔਰ ਹਲਕਾ ਚੜ੍ਹਦੀ ਕਲਾ ਦੀ ਵੀ ਅਰਦਾਸ ਜਿਹੜੀ ਆ ਕੀਤੀ ਆ। ਔਰ ਸਮੁੱਚਾ ਜਿਹੜੀ ਸਾਡਾ ਹਲਕਾ ਦਿੜਬਾ ਸੀ, ਉਹ ਸਾਰੇ ਜਿਹੜੇ ਹੈਗੇ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਪਹੁੰਚੇ ਨੇ। ਦੇਖੋ, ਆਮ ਆਦਮੀ ਪਾਰਟੀ ਜਿਹੜੀ ਆ ਆਪਦਾ ਸੰਗਠਨ ਜਿਹੜਾ ਹੈਗਾ, ਸੰਗਠਨ ਮਜ਼ਬੂਤ ਕਰ ਰਹੀ ਆ। ਆਮ ਆਦਮੀ ਪਾਰਟੀ ਜਿਹੜੀ ਆ ਇੱਕ ਬਿਜਲੀ ਅੰਦੋਲਨ ਚਲਾ ਰਹੀ ਆ ਪੂਰੇ ਪੰਜਾਬ ਵਿੱਚ। ਸੰਗਠਨ ਦੀ ਮਜ਼ਬੂਤੀ ਨਾਲ ਅਸੀਂ ਬਿਲਕੁਲ 2022 ਦੇ ਵਿੱਚ ਮੈਦਾਨ 'ਚ ਉਤਰਾਂਗੇ ਔਰ ਗੁਰੂ ਸਾਡਾ ਮੈਦਾਨ ਫਤਿਹ ਕਰੂਗਾ, ਕਿਉਂਕਿ ਅਸੀਂ ਜਿਹੜੇ ਹੈਗੇ ਆ ਨੇਕ ਨੀਤੀ, ਇਮਾਨਦਾਰੀ ਨਾਲ ਚੱਲਣ ਵਾਲੇ ਵਿਅਕਤੀ ਹਾਂ। ਸਾਡੀ ਸਮੁੱਚੀ ਟੀਮ ਇਮਾਨਦਾਰੀ ਨਾਲ ਕੰਮ ਕਰਨ ਵਾਲੀ ਟੀਮ ਹੈਗੀ ਔਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਭਲਾ ਹੋਵੇ। ਪੰਜਾਬ ਨੂੰ ਜਿਨ੍ਹਾਂ ਨੇ ਬਰਬਾਦ ਕੀਤਾਗਾ, ਜਿਨ੍ਹਾਂ ਲੋਕਾਂ ਨੇ ਪੰਜਾਬ ਦੀ ਬਰਬਾਦੀ ਲਿਆਂਦੀ ਆ, ਜਿਨ੍ਹਾਂ ਨੇ ਪੰਜਾਬ ਦੇ ਉੱਤੇ ਮੈਂ ਸਮਝਦਾ ਪੰਜਾਬ ਦੀ ਜਵਾਨੀ ਤੇ ਕਿਸਾਨੀ ਨੂੰ ਲੁੱਟਿਆ ਗਾ, ਉਹਦਾ ਹਾਰਨਾ ਇਸ ਵਾਰ ਬਹੁਤ ਤੈਅ ਆ। ਬਿਲਕੁਲ ਇਹ ਪੰਜਾਬ ਦੇ ਲੋਕ ਬਿਲਕੁਲ ਤਿਆਰ ਨੇ ਇਸ ਗੱਲ ਲਈ। ਦੇਖੋ, ਇਸ ਤਰ੍ਹਾਂ ਕਿ 2022 ਚੋਣਾਂ ਦਾ ਦੰਗਲ ਹੈ ਜਿਹੜਾ ਉਹ ਦਿਨ ਪਰ ਦਿਨ ਭਖਦਾ ਜਾ ਰਿਹਾ ਹੈ ਤੇ ਪਿਛਲੇ 15 ਸਾਲਾਂ ਤੋਂ ਪੰਜਾਬ ਦੀ ਜਨਤਾ ਅਕਾਲੀ ਦਲ, BJP ਔਰ ਕਾਂਗਰਸ ਦੀ ਰਲੀਆਂ ਮਿਲੀਆਂ ਸਰਕਾਰਾਂ, ਜਿਹੜੀਆਂ ਕਿ ਸਰਕਾਰਾਂ ਲੋਕਾਂ ਦੀਆਂ ਸਰਕਾਰਾਂ ਘੱਟ ਨੇ ਤੇ ਮਾਫੀਆ ਦੀਆਂ ਸਰਕਾਰਾਂ ਵੱਧ ਨੇ, ਉਹਨਾਂ ਦੇ ਹੱਥੋਂ ਲੁੱਟਿਆ ਔਰ ਕੁੱਟਿਆ ਹੋਇਆ, ਠੱਗਿਆ ਹੋਇਆ ਮਹਿਸੂਸ ਕਰ ਰਹੀਆਂ ਨੇ, ਜਿਹਦੀ ਵਜ੍ਹਾ ਕਰਕੇ ਅੱਜ ਲੋਕ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਨੇ। ਮੈਂ ਸਮਝਦਾ ਕਿ ਲੋਕ ਸਮਝ ਚੁੱਕੇ ਨੇ ਕਿ ਇਹ ਤਾਂ ਇਹਨਾਂ ਨੇ 15 ਸਾਲਾਂ ਦਾ ਉੱਤਰ ਕਾਟੋ ਮੈਂ ਚੜ੍ਹਨ ਵਾਲਾ ਕੰਮ ਹੈ ਜਿਹੜਾ ਉਹ ਫੜ ਰੱਖਿਆ, ਜਿਹਦੀ ਵਜ੍ਹਾ ਕਰਕੇ ਆਪ ਮੁਹਾਰੇ ਲੋਕ ਨੇ ਜਿਹੜੇ ਉਹ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਦੇ ਨਾਲ ਆਮ ਆਦਮੀ ਪਾਰਟੀ ਦੇ ਨਾਲ ਜੁੜ ਰਹੇ ਨੇ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਕਿ ਬਹੁਤ ਵੱਡੇ ਪੱਧਰ ਦੇ ਉੱਪਰ ਜਿਸ ਤਰੀਕੇ ਦਾ ਅੰਡਰ ਕਰੰਟ ਲੋਕਾਂ ਦੇ ਵਿੱਚ ਮਹਿਸੂਸ ਕੀਤਾ ਜਾ ਰਿਹਾ ਹੈ, ਬਹੁਤ ਵੱਡੇ ਪੱਧਰ ਦੇ ਉੱਪਰ ਆਮ ਆਦਮੀ ਪਾਰਟੀ ਦੀ ਲਹਿਰ ਜਿਹੜੀ ਚੱਲਣ ਜਾ ਰਹੀ ਹੈ, ਤਾਂ ਕਿ ਪੰਜਾਬ ਨੂੰ ਇਹਨਾਂ ਮਾਫੀਆ ਰਾਜ ਤੋਂ ਬਚਾਇਆ ਜਾ ਸਕੇ। ਦਿੱਲੀ 'ਚ ਕਿਸਾਨ ਅੰਦੋਲਨ ਲਗਾਤਾਰ ਜਾਰੀ ਹੈ। ਉੱਥੇ ਹੀ ਕਾਲੇ ਕਾਨੂੰਨ ਰੱਦ ਨਾ ਹੋਣ ਕਰਕੇ ਸਿਆਸੀ ਪਾਰਟੀਆਂ ਦਾ ਵਿਰੋਧ ਵੀ ਵੱਧਦਾ ਜਾ ਰਿਹਾ ਹੈ। ਹੁਣ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਪਿੰਡ ਜੰਡਾਲੀ ਵਿੱਚ ਬੋਰਡ ਲਾ ਕੇ ਸਿਆਸੀ ਪਾਰਟੀਆਂ ਦੇ ਆਗੂਆਂ ਦੀ ਐਂਟਰੀ ਬੈਨ ਕਰ ਦਿੱਤੀ ਗਈ ਹੈ। ਸਿਆਸੀ ਆਗੂਆਂ ਦੇ ਲਈ ਬੋਰਡ ਲਗਾਏ ਗਏ ਨੇ। ਚੇਤਾਵਨੀ ਉਸ ਤੇ ਲਿਖੀ ਗਈ ਹੈ ਕਿ ਕੋਈ ਵੀ ਸਿਆਸੀ ਬੰਦਾ ਉਹਨਾਂ ਦੇ ਪਿੰਡ ਵਿੱਚ ਨਾ ਆਵੇ। ਪਿੰਡ ਦੇ ਲੋਕਾਂ ਨੇ ਪਿੰਡ ਦੇ ਵਿੱਚ ਐਂਟਰੀ ਪੁਆਇੰਟਾਂ ਤੇ ਚੇਤਾਵਨੀ ਭਰੇ ਬੋਰਡ ਲਾਏ ਨੇ ਕਿ ਜਦੋਂ ਤੱਕ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ, ਸਿਆਸੀ ਬੰਦਾ ਉਹਨਾਂ ਦੇ ਪਿੰਡ ਦੇ ਵਿੱਚ ਨਾ ਆਵੇ। ਜੇਕਰ ਕੋਈ ਜ਼ਬਰਦਸਤੀ ਪਿੰਡਾਂ ਦੇ ਵਿੱਚ ਆਉਂਦਾ ਤਾਂ ਆਪਣੇ ਨੁਕਸਾਨ ਦੇ ਲਈ ਆਗੂ ਖੁਦ ਜ਼ਿੰਮੇਵਾਰ ਹੋਣਗੇ। ਅਸੀਂ ਅੱਜ ਪਿੰਡ ਦੇ ਵਿੱਚ ਜੀ, ਜਿਵੇਂ ਹੁਣ ਆਪਾਂ ਨੂੰ ਪਤਾ ਹੀ ਹੈ, ਪਿਛਲੇ ਤਕਰੀਬਨ 10 ਮਹੀਨੇ ਤੋਂ ਆਪਾਂ ਦਿੱਲੀ ਬੈਠੇ ਹਾਂ। ਦਿੱਲੀ ਵਿੱਚ ਵੀ ਅਸੀਂ ਡਟੇ ਹੋਏ ਹਾਂ। ਅੱਜ ਪਿੰਡ ਦੇ ਵਿੱਚ ਵੀ ਅਸੀਂ ਜਿਹੜੀ ਕਾਰਵਾਈ ਪਾਈ ਹੈ, ਬੋਰਡ ਬਣਵਾ ਕੇ ਲਵਾ ਰਹੇ ਹਾਂ ਜੀ। ਪਹਿਲਾਂ ਬੋਰਡ ਬਣਾ ਕੇ ਪਿੰਡ ਦੇ ਵਿੱਚ ਅਸੀਂ ਜਾਗੋ ਕੱਢੀ ਆ। ਇਹਨਾਂ ਉੱਪਰ ਅਸੀਂ ਸਾਫ਼ ਤੇ ਸਪਸ਼ਟ ਲਿਖਿਆ ਵੀ ਜਿਹੜੇ 3 ਕਾਲੇ ਕਾਨੂੰਨ ਆ ਜਦ ਤੱਕ ਰੱਦ ਨਹੀਂ ਹੁੰਦੇ, ਕੋਈ ਵੀ ਰਾਜਨੀਤਿਕ ਬੰਦਾ ਸਾਡੇ ਪਿੰਡ ਦੇ ਵਿੱਚ ਐਂਟਰ ਨਾ ਕਰੇ। ਕਿਉਂਕਿ ਹੁਣ ਅਸੀਂ ਸਾਰੇ ਪਿੰਡ ਨੇ ਆਪਣੇ, ਤੁਸੀਂ ਇਹ ਤੇ ਦੇਖ ਵੀ ਸਕਦੇ ਹੋ, ਅਸੀਂ ਨਗਰ ਨਿਵਾਸੀ ਸਮੂਹ ਪਿੰਡ ਜੰਡਾਲੀ ਨੇ ਆਪਣਾ ਫੈਸਲਾ ਕੀਤਾ, ਸਮੇਤ ਪੰਚਾਇਤ ਮੈਂਬਰ ਸਾਰੇ, ਪੰਚਾਇਤ ਸਰਪੰਚ ਸਾਹਿਬ ਸਾਰੇ ਸਾਡੇ ਨਾਲ ਖੜੇ ਨੇ ਵੀ ਕੋਈ ਵੀ ਰਾਜਨੀਤਿਕ ਬੰਦਾ ਜਿੰਨੀ ਜਿਹੜੇ 3 ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਸਾਡੇ ਪਿੰਡ ਦੇ ਵਿੱਚ ਨਾ ਆਵੇ। ਜੇ ਉਹ ਆਉਂਦਾ,
ਸਮਝਦਾਰੀ ਤਾਂ ਉਹਦੀ ਇਹੀ ਆ, ਬੋਰਡਾਂ ਦੇ ਪੜ੍ਹ ਕੇ ਬਾਹਰੋਂ ਹੀ ਵਾਪਸ ਚਲੇ ਜਾ। ਹੱਥ ਜੋੜ ਕੇ ਸਾਡੀ ਬੇਨਤੀ ਹੈ ਵੀ ਸਾਨੂੰ ਤੰਗ ਨਾ ਕਰਿਆ ਜਾਵੇ। ਪਹਿਲਾਂ ਸਾਡੇ ਕਾਨੂੰਨ ਰੱਦ ਕਰਾਏ ਜਾਣ, ਉਹ ਤੋਂ ਬਾਅਦ ਅਗਲੀ ਗੱਲ ਹੈ ਉਹ ਬਾਅਦ ਸੋਚਾਂਗੇ। ਕੋਈ ਪੋਲੀਟੀਕਲ ਬੰਦਾ ਜੇ ਪਿੰਡ ਦੇ ਵਿੱਚ ਆਉਂਦਾ ਆਪਣੇ ਨਫੇ ਨੁਕਸਾਨ ਦਾ ਖੁਦ ਜ਼ਿੰਮੇਵਾਰ ਹੋਊਗਾ, ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਊਗੀ। ਜੇ ਗੱਲ ਕਰੀਏ ਜੇ ਪਿੰਡ ਦੇ ਵਿਕਾਸ ਦੀ ਕੋਈ ਗ੍ਰਾਂਟ ਦੇਣ ਆਉਂਦਾ ਜਾਂ ਕੋਈ ਨੀਂਹ ਪੱਥਰ ਰੱਖਣ ਆਉਂਦਾ, ਤੁਹਾਨੂੰ ਨਹੀਂ ਲੱਗਦਾ ਕਿ ਪਿੰਡ ਦਾ ਨੁਕਸਾਨ ਹੋਊਗਾ ਉਹਦੇ ਨਾਲ? ਵੀਰ ਜੀ ਸਾਨੂੰ ਉਹ ਚੀਜ਼ਾਂ ਤੋਂ ਕੀ ਲੈਣਾ, ਜਦੋਂ ਸਾਡੇ ਪਹਿਲਾਂ ਹੁਣ ਜਿਹੜੇ ਸਾਡੇ ਹੱਕ ਸਾਡੇ ਕੋਲ ਉਹੀ ਖੋਏ ਜਾ ਰਹੇ ਸੀ। ਤਾਂ ਪਹਿਲਾਂ ਆਪਣੇ ਹੱਕ ਬਚਾ ਲਈ ਜੀ, ਉਹ ਚੀਜ਼ਾਂ ਦਾ ਬਾਅਦ ਦੀਆਂ। ਪਹਿਲਾਂ ਅਸੀਂ ਆਪਣੀਆਂ ਫਸਲਾਂ ਬਚਾ ਲਈਏ, ਠੀਕ ਹੈ ਜੀ, ਸਾਡਾ ਫਿਊਚਰ ਬਚਾ ਲਈਏ। ਇਹ ਤਾਂ ਪਿਛਲੇ 70 ਸਾਲਾਂ ਤੋਂ ਉਹੀ ਇਹਨਾਂ ਦੇ ਕੰਮ ਨਹੀਂ ਮੁੱਕ ਰਹੇ ਜੀ, ਗਲੀਆਂ ਨਾਲੀਆਂ ਇਹਨਾਂ ਤੋਂ ਬਣ ਰਹੀਆਂ। ਅੱਛਾ, ਜੇ ਕੋਈ ਲੀਡਰ ਧੱਕੇ ਨਾਲ ਆਉਂਦਾ ਪਿੰਡ 'ਚ ਫੇਰ ਤੁਸੀਂ ਕੀ ਕਰੋਗੇ? ਉਹ ਆਪਣਾ ਆਪ ਜ਼ਿੰਮੇਵਾਰ ਹੋਊਗਾ ਜੀ। ਦਿੱਲੀ ਵਿਖੇ ਢਾਏ ਗਏ ਚਰਚ ਦੇ ਰੋਸ ਵਜੋਂ ਸਮੂਹ ਮਸੀਹੀ ਭਾਈਚਾਰਾ ਮੋਨਾ ਮੈਮੋਰੀਅਲ CNI ਚਰਚ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੁਤਲਾ ਫੂਕਿਆ ਗਿਆ ਤੇ ਵੱਡੀ ਗਿਣਤੀ 'ਚ ਇਕੱਠੇ ਹੋਏ ਪ੍ਰਦਰਸ਼ਨਕਾਰੀਆਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਨਾਅਰੇਬਾਜ਼ੀ ਕੀਤੀ। ਮਸੀਹੀ ਭਾਈਚਾਰੇ ਵੱਲੋਂ ਇਹ ਪੁਤਲਾ ਮਾਹਿਲਪੁਰ ਅੱਡਾ ਚੌਂਕ ਵਿਖੇ ਫੂਕਿਆ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਸਟਰ ਪਟੇਲ ਕਲਿਆਣ ਅਤੇ ਲਾਰੈਂਸ ਚੌਧਰੀ ਨੇ ਕਿਹਾ ਕਿ ਰਾਜ ਕਾਂਗਰਸ ਦਾ ਹੋਵੇ, ਭਾਜਪਾ ਦਾ ਹੋਵੇ ਜਾਂ ਫਿਰ ਆਮ ਆਦਮੀ ਪਾਰਟੀ ਦਾ ਹੋਵੇ, ਖਾਸ ਕਰਕੇ ਘੱਟ ਗਿਣਤੀ ਵਾਲਿਆਂ ਨਾਲ ਅਕਸਰ ਹੀ ਧੱਕਾ ਹੁੰਦਾ ਹੈ। ਖਾਸ ਕਰਕੇ ਮਸੀਹੀ ਭਾਈਚਾਰੇ ਦੇ ਨਾਲ ਹਮੇਸ਼ਾ ਧੱਕਾ ਹੁੰਦਾ ਆ ਰਿਹਾ ਹੈ। ਉਹਨਾਂ ਕਿਹਾ ਕਿ ਜਦ ਵੀ ਕਦੇ ਵੀ ਘਟਨਾ ਮਸੀਹ ਭਾਈਚਾਰੇ ਨਾਲ ਕੋਈ ਵਾਪਰਦੀ ਹੈ ਤਾਂ ਪਿਛਲੀਆਂ ਘਟਨਾਵਾਂ ਨਾਲ ਜੁੜੇ ਜ਼ਖਮ ਮੁੜ ਤੋਂ ਤਾਜ਼ਾ ਹੋ ਜਾਂਦੇ ਨੇ। ਜਿਹੜਾ ਦਿੱਲੀ ਛਤਰਪੁਰ ਵਿੱਚ ਜਿਹੜਾ ਚਰਚ ਢਾਇਆ ਗਿਆ, ਉਹਦੇ ਰੋਸ ਵਜੋਂ ਅੱਜ ਦਿੱਲੀ ਸਰਕਾਰ ਦੇ ਖਿਲਾਫ ਔਰ ਹੋਮ ਮਿਨਿਸਟਰ ਅਮਿਤ ਸ਼ਾਹ ਦੇ ਖਿਲਾਫ ਜਿਹੜਾ ਅੱਜ ਰੋਸ ਪ੍ਰਦਰਸ਼ਨ ਕੀਤਾ ਗਿਆ, ਸਮੂਹ ਮਸੀਹ ਭਾਈਚਾਰਾ ਮੋਨਾ ਮੈਮੋਰੀਅਲ CNI ਚਰਚ ਵੱਲੋਂ ਅੱਜ ਚਰਚ ਤੋਂ ਚੱਲ ਕੇ ਮਾਲਪੁਰ ਅੱਡੇ ਤੱਕ ਪ੍ਰੋਟੈਸਟ ਕੀਤਾ ਗਿਆ। ਔਰ ਮੈਂ ਇੱਥੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਪਹਿਲਾ ਹਮਲਾ ਨਹੀਂ ਹੈ ਜਿਹੜਾ ਦਿੱਲੀ ਵਿੱਚ ਚਰਚ ਢਾਇਆ, ਪਹਿਲਾਂ ਨਹੀਂ। ਇਸ ਤੋਂ ਪਹਿਲਾਂ ਵੀ ਪੂਰੇ ਭਾਰਤ ਦੇ ਵਿੱਚ ਅਨੇਕਾਂ ਜਿਹੜੇ ਆ ਚਰਚ ਢਾਏ ਗਏ ਨੇ। ਚਰਚ ਦੇ ਨਾਲ ਨਾਲ ਜਿਹੜੇ ਲੋਕ ਨੇ ਉਹਨਾਂ ਦੇ ਉੱਪਰ ਐਟਰੋਸਿਟੀਜ਼ ਕੀਤੀ ਜਾਂਦੀਆਂ, ਉਹਨਾਂ ਨੂੰ ਕੁੱਟਿਆ ਜਾਂਦਾ, ਉਹਨਾਂ ਦੇ ਕਤਲੇਆਮ ਕੀਤੇ ਜਾਂਦੇ। ਉਹਦੀ ਸਭ ਤੋਂ ਵੱਡੀ ਉਦਾਹਰਣ ਆ ਉੜੀਸਾ ਦੇ ਵਿੱਚ 2008 'ਚ ਜਿਹੜਾ ਕੰਧਮਾਲ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੇ ਲੈਵਲ 'ਤੇ ਹੋਇਆ। ਸੋ ਇਹ ਘਟਨਾਵਾਂ ਜਿਹੜੀਆਂ ਇੱਕ ਸੋਚੀ ਸਮਝੀ ਸਾਜ਼ਿਸ਼ ਤਹਿਤ ਘੱਟ ਗਿਣਤੀ ਭਾਈਚਾਰੇ ਨੂੰ ਟਾਰਗੇਟ ਕਰਕੇ ਕੀਤੀਆਂ ਜਾਂਦੀਆਂ। ਮੈਂ ਦੱਸਣਾ ਚਾਹੁੰਦਾ ਕਿ ਚਰਚ ਦੇ ਨਾਲ ਹੀ ਮਸਜਿਦ ਵੀ ਆ, ਚਰਚ ਦੇ ਨਾਲ ਮੰਦਿਰ ਵੀ ਆ, ਲੇਕਿਨ ਮੰਦਿਰ ਨੂੰ ਮਸਜਿਦ ਨੂੰ ਕੁਛ ਨਹੀਂ ਕਿਹਾ, ਸਿਰਫ ਇਕੱਲੇ ਚਰਚ ਨੂੰ ਟਾਰਗੇਟ ਕੀਤਾ। ਮੌਕਾ ਵੀ ਨਹੀਂ ਦਿੱਤਾ ਚਰਚ ਅਥਾਰਟੀ ਨੂੰ ਕਿ ਉਹ ਉਸ ਚਰਚ ਨੂੰ ਜਿਹੜਾ ਆ ਕੋਈ ਚੈਲੰਜ ਕਰਨ, ਕੋਈ ਅਦਾਲਤ ਜਾ ਸਕਣ, ਮੌਕਾ ਵੀ ਨਹੀਂ ਦਿੱਤਾ ਗਿਆ। ਅੰਮ੍ਰਿਤਸਰ ਦੇ ਵੇਰਕਾ ਵਿੱਚ ਪਿਛਲੇ ਦਿਨੀ ਇੱਕ ਨੌਜਵਾਨ ਦਾ ਕਤਲ ਹੋਇਆ ਸੀ, ਜਿਸ ਤੇ ਅੰਮ੍ਰਿਤਸਰ ਦੀ ਵੇਰਕਾ ਪੁਲਿਸ ਨੇ ਕਾਰਵਾਈ ਕਰਦੇ ਹੋਏ ਇਸ ਅੰਨੇ ਕਤਲ ਦੀ ਗੁੱਥੀ ਨੂੰ 24 ਘੰਟਿਆਂ ਅੰਦਰ ਹੀ ਸੁਲਝਾ ਲਿਆ ਹੈ। ਦੱਸ ਦਈਏ ਕਿ ਬੀਤੇ ਦਿਨੀ ਇੱਕ ਨੌਜਵਾਨ ਦੀ ਡੈੱਡ ਬੋਡੀ ਅੰਮ੍ਰਿਤਸਰ ਦੇ ਵੇਰਕਾ ਵਿੱਚੋਂ ਮਿਲੀ ਸੀ ਅਤੇ ਪਰਿਵਾਰਕ ਮੈਂਬਰਾਂ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਦੇ ਬੇਟੇ ਦਾ ਕਤਲ ਹੋਇਆ ਹੈ। ਪੁਲਿਸ ਵੱਲੋਂ ਛਾਣਬੀਨ ਕਰਦੇ ਹੋਏ ਕਥਿਤ 2 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨਿਸ਼ਾਨ ਸਿੰਘ ਮੁਤਾਬਿਕ ਅੰਮ੍ਰਿਤਸਰ ਦੇ ਵੇਰਕਾ 'ਚ ਪੁਲਿਸ ਨੂੰ ਇੱਕ ਡੈੱਡ ਬੋਡੀ ਮਿਲੀ ਸੀ ਅਤੇ ਪਰਿਵਾਰ ਵੱਲੋਂ ਇਲਜ਼ਾਮ ਲਗਾਇਆ ਗਿਆ ਸੀ ਕਿ ਇੱਕ ਲੜਕੀ ਦੇ ਝਾਂਸੇ ਵਿੱਚ ਆ ਕੇ ਕੁੜੀ ਨੇ ਮੁੰਡੇ ਦਾ ਕਤਲ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਹਨਾਂ ਨੇ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਸੀ ਅਤੇ ਹੁਣ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇੱਕ ਮਹਿਲਾ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਇਸ ਔਰਤ ਦੇ ਵੱਲੋਂ ਜੋ ਨੌਜਵਾਨ ਨੂੰ ਵਿਆਹ ਲਈ ਵਾਰ-ਵਾਰ ਪ੍ਰੈਸ਼ਰ ਬਣਾਇਆ ਜਾ ਰਿਹਾ ਸੀ, ਜਦੋਂ ਉਸਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਤਾਂ ਇਸ ਦਾ ਕਤਲ ਕਰ ਦਿੱਤਾ ਗਿਆ। ਇਸ ਮਾਮਲੇ 'ਚ ਮਹਿਲਾ ਸਮੇਤ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇੱਕ ਦੀ ਤਲਾਸ਼ ਅਜੇ ਵੀ ਪੁਲਿਸ ਪਾਰਟੀ ਵੱਲੋਂ ਜਾਰੀ ਹੈ। ਸਾਨੂੰ 4 ਤਰੀਕ ਨੂੰ ਇਤਲਾਹ ਮਿਲੀ ਸੀ ਕਿ ਇੱਕ ਡੈੱਡ ਬੋਡੀ ਚੌਂਕੀ ਵਾਲਾ ਬਾਜ਼ਾਰ ਆ ਧਰਮਪਾਲ ਸਿੰਘ ਦੇ ਮਕਾਨ 'ਚ ਛਾਤੀ ਪਈ ਹੈ, ਜਿਸ ਤੇ ਅਸੀਂ ਆਪਣੇ ACP ਡਾਕਟਰ ਰਿਪੂਤਾਪਨ ਸਿੰਘ ਜੀ ਨੂੰ ਤਾਲਮੇਲ ਕਰਕੇ ਉਹਨਾਂ ਨੂੰ ਅਸੀਂ ਇਕੱਠੇ ਮੌਕੇ ਤੇ ਪਹੁੰਚੇ। ਮੌਕੇ ਤੇ ਪਹੁੰਚ ਕੇ ਜਿਹੜਾ ਅਸੀਂ ਲਾਸ਼ ਦਾ ਮੁਆਇਨਾ ਕੀਤਾ ਤੇ ਜਿਹੜਾ ਕਿ ਉੱਥੋਂ ਇਨਵੈਸਟੀਗੇਸ਼ਨ ਦੇ ਦੌਰਾਨ ਸਾਨੂੰ ਪਤਾ ਲੱਗਾ ਕਿ ਇਹ ਮ੍ਰਿਤਕ ਜਿਹੜਾ ਜਗਤਾਰ ਸਿੰਘ ਜੱਗਾ ਸਨ ਆਫ ਜਸਵੰਤ ਸਿੰਘ ਵਾਸੀ ਨਵੀਂ ਬਾਦੀ ਵੇਰਕਾ, ਤੇ ਵੀ ਇਹਦੇ ਜਿਹੜੀ ਉਸ ਘਰ 'ਚ ਡੈੱਡ ਬੋਡੀ ਮਿਲੀ ਹੈ ਉੱਥੇ ਸ਼ੈਲੀ ਨਾਂ ਦੀ ਲੜਕੀ, ਸ਼ੈਲੀ ਡਾਕਟਰ ਆਫ ਧਰਮਪਾਲ, ਇਹਨਾਂ ਦੇ ਮਗਰਲੇ 4 ਸਾਲ ਤੋਂ ਨਜਾਇਜ਼ ਸੰਬੰਧ ਸਨ ਤੇ ਇਹਦੇ ਭਰਾ ਸੀ ਜਿਹੜੇ ਲੜਕੀ ਦੇ, ਉਹ ਇਸ ਗੱਲ ਨੂੰ ਲੈ ਕੇ ਕੌੜਦੇ ਸੀ, ਬੁਰਾ ਮਨਾਉਂਦੇ ਸੀ। ਜੋ ਇਹਨਾਂ ਨੇ 3 ਤਰੀਕ ਨੂੰ ਰਾਤ ਨੂੰ ਜਦੋਂ ਉਹ ਲੜਕਾ ਘਰ ਆਇਆ ਤੇ ਉਸ ਤੋਂ ਬਾਅਦ ਇਹਨਾਂ ਨੇ ਇੱਕ ਸਲਾਹ ਕਰਕੇ ਉਹਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ। ਉਹਨੂੰ ਵਿਆਹ ਵਾਸਤੇ ਵੀ ਇਹ ਲੜਕੀ ਮਜਬੂਰ ਕਰ ਰਹੀ ਸੀ, ਜਿਸ ਤੇ ਅਸੀਂ ਜਿਹੜਾ ਕਿ ਮੁਕੱਦਮਾ ਨੰਬਰ 115 ਅੰਡਰ ਸੈਕਸ਼ਨ 302 IPC
ਤਹਿਤ ਦਰਜ ਰਜਿਸਟਰ ਕਰਕੇ ਆਪਣੇ ਅਫਸਰਾਂ ਬਾਲਾਂ ਦੀਆਂ ਹਦਾਇਤਾਂ ਦੇ ਦਿਸ਼ਾ ਨਿਰਦੇਸ਼ ਤੇ 24 ਘੰਟਿਆਂ ਦੇ ਵਿੱਚ ਹੀ ਦੋਸ਼ੀਆਂ ਨੂੰ ਜਿਹੜੇ ਭੱਜਣ ਦੀ ਤਾਕਤ ਸਨ ਇਹਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ। ਇਹਦੇ ਦੋਸ਼ੀ ਜਿਹੜੀ ਆ ਸ਼ੈਲੀ ਡਾਕਟਰ ਆਫ ਧਰਮਪਾਲ ਤੇ ਰਵੀ ਕੁਮਾਰ ਸਾਨੂੰ ਜਿਹੜਾ ਧਰਮਪਾਲ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ। ਜਿਹੜਾ ਮਾਸਟਰਮਾਈਂਡ ਜਿਹੜਾ ਅਸ਼ਵਨੀ ਕੁਮਾਰ ਆ ਉਹ ਅੱਗੇ ਪਿੱਛੇ ਹੋਇਆ, ਜਿਹਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਊਗਾ। ਪੰਜਾਬ 'ਚ ਅਨੁਸੂਚਿਤ ਜਾਤੀਆਂ ਦੀ ਅਣਦੇਖੀ ਦੇ ਗੰਭੀਰ ਮੁੱਦੇ ਚੱਲ ਰਹੇ ਨੇ, ਚਾਹੇ ਉਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਹੋਣ, ਰਿਜ਼ਰਵੇਸ਼ਨ ਦੇ ਆਧਾਰ ਤੇ ਹੋਣ, ਪ੍ਰਮੋਸ਼ਨ ਦੇ ਮੁੱਦੇ ਹੋਣ ਜਾਂ ਫਿਰ ਮੰਤਰੀ ਮੰਡਲ 'ਚ ਅਹੁਦਿਆਂ ਦੀ ਗੱਲ ਹੋਵੇ। ਹਰ ਥਾਂ ਅਨੁਸੂਚਿਤ ਵਰਗਾਂ ਦੇ ਲੋਕਾਂ ਨੂੰ ਅਣਗੌਲਿਆ ਕਰਨ ਦੇ ਇਲਜ਼ਾਮ ਸਾਹਮਣੇ ਆਏ ਹਨ। ਇਹਨਾਂ ਮੁੱਦਿਆਂ ਤੇ ਐਸਸੀ ਕਮਿਸ਼ਨ ਦੇ ਰਾਸ਼ਟਰੀ ਚੇਅਰਮੈਨ ਵਿਜੇ ਸਾਂਪਲਾ ਬੋਲੇ ਹਨ ਤੇ ਉਹਨਾਂ ਨੇ ਕਿਹਾ ਕਿ ਪੰਜਾਬ 'ਚ ਵੱਡੇ ਪੱਧਰ ਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਦੇ ਦੋਸ਼ਾਂ ਦੀ ਜਾਂਚ ਲਈ ਉਹਨਾਂ ਦੇ ਆਯੋਗ ਵੀ ਚੱਲ ਰਹੇ ਨੇ ਤੇ ਬਿਨਾਂ ਜਾਂਚ ਤੋਂ ਜਦੋਂ ਮੁੱਖ ਮੰਤਰੀ ਨੇ ਕਿਸੇ ਮੰਤਰੀ ਨੂੰ ਕਲੀਨ ਚਿੱਟ ਦਿੱਤੀ ਹੈ ਉਹ ਸਰਾਸਰ ਠੀਕ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਪੀਸੀਐਸ ਅਧਿਕਾਰੀਆਂ ਦੀ ਪ੍ਰਮੋਸ਼ਨ ਦਾ ਮਾਮਲਾ ਹੋਵੇ ਜਾਂ ਪੀਪੀਐਸ ਤੋਂ ਆਈਪੀਐਸ ਦੀ ਪ੍ਰਮੋਸ਼ਨ ਦਾ ਮਾਮਲਾ ਹੋਵੇ, ਹਰ ਥਾਂ ਅਨੁਸੂਚਿਤ ਵਰਗ ਦੀ ਜਾਤੀ ਦੇ ਲੋਕਾਂ ਦੇ ਨਾਲ ਨੂੰ ਅਣਦੇਖਾ ਕਰਕੇ ਰਿਜ਼ਰਵੇਸ਼ਨ ਐਕਟ ਦੀ ਉਲੰਘਣਾ ਕੀਤੀ ਗਈ ਹੈ। ਅਤੇ ਹੋਰ ਤਾਂ ਹੋਰ ਉਹਨਾਂ ਨੇ ਕਿਹਾ ਕਿ ਵਕੀਲਾਂ ਦੇ ਅਟਾਰਨੀ ਜਨਰਲ ਦੇ ਮਾਮਲੇ ਵਿੱਚ ਵੀ ਰਿਜ਼ਰਵੇਸ਼ਨ ਐਕਟ ਦਾ ਬਿਲਕੁਲ ਧਿਆਨ ਨਹੀਂ ਰੱਖਿਆ ਗਿਆ। ਇਸ ਸੰਬੰਧੀ ਬਹੁਤ ਸਾਰੇ ਮਾਮਲੇ ਪੰਜਾਬ ਦੇ ਵਿੱਚ ਸਰਕਾਰ ਦੇ ਧਿਆਨ ਵਿੱਚ ਲਿਆਉਂਦੇ ਹੋਏ ਰਿਜ਼ਰਵੇਸ਼ਨ ਐਕਟ ਦੇ ਤਹਿਤ ਤਤਕਾਲ ਇਸ ਸੰਬੰਧੀ कार्रवाई ਕਰਨ ਦੇ ਲਈ ਕਿਹਾ ਗਿਆ ਹੈ। पंजाब सरकार द्वारा जो पोस्ट मैरिट स्कॉलरशिप में आरोप लग रहे थे इनके मंत्रियों पर, उसमें क्लीन चिट दे दी गई थी सर, इस संबंधी आपके विभाग के द्वारा सर क्या एक्शन लिया जा रहा है? देखिए, हमने जब इसकी जो घोटाले का आरोप लगा उसकी जांच हमारे पास है, चल रही है कमीशन में, और उसमें हमने उनसे रिपोर्ट मांगी है और अभी तक रिपोर्ट हमें दी नहीं गई और हमें यही कहा गया है कि रिपोर्ट अभी इनकम्प्लीट है। जबकि हमने तो ये भी कहा है जो उससे पहले एडिशनल चीफ सेक्रेटरी के प्रशंकर सरोज जी की जो रिपोर्ट थी उसकी प्रतिलिपि भी हमें दें, और जो अभी अधिकारी आपने 3 IAS ऑफिसर्स की कमेटी बनाई थी उसकी रिपोर्ट भी हमें दें। और हमें उन्होंने यही कहा कि भी रिपोर्ट अभी कंप्लीट पूर्ण नहीं हुई है और जैसे ही अपनी तहकीकात उनकी पूर्ण होगी तो वो अपनी जो इंक्वायरी की रिपोर्ट है वो हमें सबमिट कर देंगे। जब उनसे ये भी पूछा गया कि आप तो कह रहे हैं कि रिपोर्ट कंप्लीट नहीं है, मगर पंजाब के मुख्यमंत्री ने तो ये कहा है कि ये उनको क्लीन चिट भी दे दी है कि कोई ऐसा घोटाला नहीं हुआ, तो वो क्लीन चिट देने का आधार क्या है? तो उन्होंने कहा कि ऐसी कोई बात नहीं हुई। तो जब उनको न्यूज़पेपर की कटिंग दी गई तब उन्होंने कहा कि ये उनकी अपनी पॉलिटिकल स्टेटमेंट तो हो सकती है, मगर अभी जो हमारी रिपोर्ट है वो आनी बाकी है, और जब अभी तक बाकी है तो इसका मतलब उनको क्लीन चिट अभी तक पंजाब सरकार की नहीं दी गई हुई मानी जाएगी, ये भी उन्होंने इंश्योर किया। और जैसा ही हमने उनको कहा कि रिपोर्ट हमें कब तक देंगे, तो उन्होंने हमसे समय 2-3 बार मांगा है, और अब हम उनको जल्द दोबारा समय उनका पूर्ण होने के बाद समय से ज़्यादा हो गया, अब हमसे रिपोर्ट दोबारा मांगेंगे। सर, अगर देखा जाए तो पंजाब में बहुत बड़े लेवल पर सब दलितों के प्रति जो उनका रवैया सरकार का ठीक नहीं है, लगातार संविधान की उल्लंघना हो रही है, चाहे वो रिजर्वेशन मामले पर पीपीएस से आईपीएस बनाने की पुलिस प्रशासनिक अधिकारियों की बात हो या और अन्य मुद्दे हो, इसके बारे में से क्या प्रतिक्रिया है? देखिए, इसके अलावा ये घोटाले के बाद हमारे पास ये प्रमोशन के अक्सर सभी विभागों के आते हैं, मगर पंजाब में पंजाब सरकार के द्वारा अवहेलना की गई ऐसे मामले भी, जिसमें ये पीपीएस से आईपीएस बनाना भी है। पंजाब के जो पीसीएस अधिकारी जुडिशरी सर्विस निभा रहे हैं उनका भी मामला है, और ये जो अटॉर्नी जनरल, डिप्टी अटॉर्नी जनरल, एडिशनल डिप्टी अटॉर्नी जनरल ऐसे जो लगाए एडीए वगैरह लगाए जाते हैं, उन सब में भी रिजर्वेशन की अवहेलना की गई है। और इसमें भी जैसे उन्होंने कहा कि भी जजेस के बारे में हाई कोर्ट के में कोई रिजर्वेशन नहीं होती, जबकि ये रिलेशन हाई कोर्ट से है ही नहीं। ये तो सीधा सीधा पंजाब सरकार के एम्प्लॉइज़ का, जब कर्मचारी पंजाब सरकार के हैं तो उनके ऊपर एक्ट भी 2006 की में जो है उनका प्रावधान, उसी के अनुसार उसके ऊपर कार्रवाई होनी चाहिए थी।
और इसके लिए भी हमने उनको निर्देश दिए हैं कि अगर वो कर्मचारी पंजाब के हैं, सरकार के हैं, तो आपके पंजाब सरकार का एक्ट जो 2006 का उसके ऊपर लागू होना चाहिए। और इसी तरह जो है जजेस के मामले में भी और इसी तरह ही पीपीएस के मामले में कि आपने इसकी अवहेलना क्यों की और क्यों नहीं रिकमेंडेशन की, इसके ऊपर भी हमें उनसे रिपोर्ट मांगी थी। और आगे उन्होंने हमें उनको कहा कि जब 2006 के एक्ट में प्रावधान है तो इनके ऊपर भी विचार कर हमें बताया जाए। और तीसरा जो मैंने कहा कि अटॉर्नी जनरल, डिप्टी अटॉर्नी जनरल, एडिशनल अटॉर्नी, डिप्टी अटॉर्नी जनरल जो है वो सबके उनकी भी हमने कहा कि इसमें भी एससी की रिजर्वेशन की उसमें यहाँ तक भी प्रावधान है कि चाहे वो कॉन्ट्रैक्ट बेसिस पे ही क्यों ना हो, क्योंकि उनका कहना था कि वो एम्प्लॉय नहीं है, मगर एक्ट में प्रावधान है कि वो कॉन्ट्रैक्ट बेसिस पे ही क्यों ना हो, चाहे वो डेली बेसिस पे, रोज़ाना की बेसिस पे भी हों, तब भी उनके ऊपर रिजर्वेशन एक्ट जो है पंजाब जो सरकार का, अगर कोई एम्प्लॉयमेंट की रिक्रूटमेंट की जाती है तो उसमें रिजर्वेशन होनी चाहिए। और इसलिए हमने उनको कहा कि जल्द ही नए सिरे से एडवर्टाइजमेंट करके अनुसूचित जाति के जो वकील हैं उनको भी वैसे ही जो संविधान की और आपके एक्ट के मुताबिक उसमें जो प्रावधान है उसके अनुसार ही उनकी जो है अटॉर्नी जनरल, डिप्टी अटॉर्नी जनरल और जो एडिशनल अटॉर्नी जनरल जो हैं उनके लगाए गए। ਅੱਜ ਦੇ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਧੰਨਵਾਦ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਅਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। YouTube ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਅਫੀਸ਼ੀਅਲ YouTube ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਅਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ-ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।